ਵਧੀਆ ਸਿੱਖ ਸੰਤ ਜਰਨੈਲ ਸਿੰਘ ਪਿੰਡਾਂ ਵਾਲਾ ਕੋ ਮਿਲਿਆ ਸੀ, ਉਹ ਰਾਜਨੀਤੀ ਦੀ ਪੇੜ ਚੜਾਤਾ। ਸਿੱਖੀ ਸਰੂਪ ਦੇ ਵਿੱਚ ਇਸ ਤਰ੍ਹਾਂ ਦੇ ਵੀ ਪਹਿਰਾਵਾ ਪਹਿਨ ਕੇ ਸਿੱਖ ਅਵਾ ਰਹੇ ਨੇ ਜਿਹੜੇ ਗੁਰੂਆਂ ਦੀ ਸੋਚ ਨੂੰ ਸਮਰਪਿਤ ਨਹੀਂ, ਗੁਰੂਆਂ ਦੇ ਹੁਕਮ ਨੂੰ ਆਪਣੇ ਤੇ ਘਟਾਉਂਦੇ ਨਹੀਂ ਤੇ ਨਾ ਹੀ ਉਹਦੇ ਤੇ ਆਪ ਚੱਲਦੇ। ਵੀ ਜਿਹੜਾ ਹੁਣ ਅਕਾਲੀ ਦਲ ਸਿੱਖਾਂ ਦੀ ਜਮਾਤ ਸੀ, ਉਹਦੇ ਤੇ ਬੜੀ ਚਲਾਕੀ ਨਾਲ ਇੱਕ ਪਰਿਵਾਰ ਨੇ ਉਹਨੂੰ ਆਪਦੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਹਦੀ ਜਿਹੜੀ ਪੋਲੀਟੀਕਲ ਰਜਿਸਟ੍ਰੇਸ਼ਨ ਆ ਉਹ ਵੀ ਇੱਕ ਪਰਿਵਾਰ ਦੇ ਨਾਂ ਦੇ ਅਕਾਲੀ ਦਲ ਬੱਬਾ ਦੇ ਨਾਂ ਤੇ ਰਜਿਸਟਰਡ ਕਰ ਲਿਆ। ਖਾਲਿਸਤਾਨ ਦੀ ਮੰਗ ਨੂੰ ਕਿਵੇਂ ਦੇਖਦੇ ਤੇ ਕਈ ਜਿਨ੍ਹਾਂ ਦੇ ਨਾਲ ਬਹੁਤ ਬੇਇਨਸਾਫੀਆਂ ਹੋਈਆਂ ਜਾਂ ਇਸ ਸੱਚ ਦੇ ਉੱਤੇ ਖੜ ਕੇ ਉਹਨਾਂ ਨੂੰ ਲੜਾਈ ਲੜਨੀ ਪਈ, ਉਹਨਾਂ ਨੇ ਆਪਣੇ ਮਨਾਂ ਦੇ ਵਿੱਚ ਇਸ ਗੱਲ ਦੀ ਧਾਰਨਾ ਨੂੰ ਪੱਕਾ ਕਰ ਲਿਆ ਵੀ ਸਿੱਖਾਂ ਦਾ ਦੇਸ਼ ਹੀ ਵੱਖਰਾ ਹੋਣਾ ਚਾਹੀਦਾ। ਜ਼ਿਆਦਾਤਰ ਗੋਲੀ ਚਲਾਉਣ ਵਾਲੇ ਨਾਲੋਂ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਾ ਦੋਸ਼ੀ ਅਸੀਂ ਤਾਂ ਉਸ ਗੱਲ ਨੂੰ ਸਮਝਦੇ ਹਾਂ, ਜਿਹਦੇ ਵਿੱਚ ਇਹ ਉਸ ਵੇਲੇ ਦੀ ਸਰਕਾਰ ਤੇ ਗ੍ਰਹਿ ਮੰਤਰੀ ਵਿਜੇ ਤੌਰ ਤੇ ਜ਼ਿੰਮੇਵਾਰ ਸਰਦਾਰ ਲੋਕਵਾਲ ਪ੍ਰਧਾਨ ਜੀ ਨੇ, ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ, ਇਹਨਾਂ ਦੀ ਜਿਹੜੀ ਨਿਯੁਕਤੀ ਆ ਇਹ ਉਸ ਦਲ ਵੱਲੋਂ ਕੀਤੀ ਗਈ ਆ ਜਿਹੜਾ ਕਦੇ ਵੀ ਨਾ ਪੰਜਾਬ ਪ੍ਰਤੀ ਸਹਿਰਦ ਰਿਹਾ ਤੇ ਨਾ ਹੀ ਸਿੱਖ ਮੁੱਦਿਆਂ ਪ੍ਰਤੀ ਸਹਿਰਦ ਰਿਹਾ, ਔਰ ਸਿੱਖ ਕੌਮ ਨੂੰ ਉਹਨਾਂ ਮੁੱਦਿਆਂ ਤੋਂ ਧਿਆਨ ਕਰਨ ਵਾਸਤੇ ਇਹ ਵਕਤੀ ਤੌਰ ਤੇ ਨਾਅਰੇ ਲਵਾਏ ਜਾ ਰਹੇ ਨੇ। ਮੈਂ ਇਹ ਨਹੀਂ ਸਮਝਦਾ ਵੀ ਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਤੇ ਨਾ ਹੀ ਜਥੇਦਾਰ ਕੋਈ ਖਾਲਿਸਤਾਨ ਦੇ ਬਾਰੇ ਕੁਛ ਕਰਨਗੇ ਜਾਂ ਇਹਨਾਂ ਦਾ ਕੋਈ ਏਜੰਡਾ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਮੁੱਦੇ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਤਰਲੋਚਨ ਸਿੰਘ ਸਵਾਗਤ ਕਰਦਾ। ਅਸੀਂ ਅੱਜ ਆਏ ਹਾਂ ਲੁਧਿਆਣਾ ਜ਼ਿਲ੍ਹਾ ਦੇ ਪ੍ਰਧਾਨ ਅਕਾਲੀ ਦਲ 1920 ਦੇ ਜਗਤਾਰ ਸਿੰਘ ਸਾਹਿਬ ਨੁਮਾਇੰਦੇ ਜੀ ਨਾਲ ਮੁਲਾਕਾਤ ਕਰਨ। ਸੋ ਆਓ ਉਹਨਾਂ ਨਾਲ ਗੱਲ ਕਰਦੇ ਹਾਂ, ਕੁਝ ਜਿਹੜੇ ਪੰਥਕ ਮੁੱਦੇ ਨੇ ਉਹਨਾਂ ਤੇ ਵਿਚਾਰ ਕਰਦੇ ਹਾਂ ਕਿ ਉਹਨਾਂ ਦੀ ਕੀ ਰਾਏ ਹੈ। ਸਰ ਸਤਿ ਸ਼੍ਰੀ ਅਕਾਲ। ਸਰ ਜਿਹੜਾ ਕੱਲ 6 ਜੂਨ ਸੀ ਘੱਲੂਘਾਰਾ ਦਿਵਸ ਸੀਗਾ, ਜਿਹੜੀ ਸਿੱਖ ਜਗਤ ਦੇ ਵਿੱਚ ਕਹਿ ਲਓ ਅੱਜ ਵੀ ਉਹ ਭੁੱਲੇ ਨਹੀਂ, 84 ਦੇ ਵਿੱਚ ਜੋ ਹੋਇਆ ਉਹ ਭੁੱਲੇ ਨਹੀਂ। ਤੇ ਕੱਲ ਜਿਹੜਾ ਉੱਥੇ ਅਸੀਂ ਦੇਖਿਆ ਕਿ ਸੰਗਤਾਂ ਨੂੰ ਅੰਦਰ ਦਰਸ਼ਨ ਕਰਨ ਵਾਸਤੇ ਵੀ ਜਾਣ ਦਿੱਤਾ ਗਿਆ, ਕੁਝ ਜਥੇਬੰਦੀਆਂ ਸੀ, ਕੁਝ ਸੰਗਤ ਸੀ, ਉੱਥੇ ਪੁਲਿਸ ਲਾ ਕੇ ਟਾਸਕ ਫੋਰਸ ਲਾ ਕੇ ਬੰਦ ਕਰਤਾ, ਸੰਗਤ ਨੂੰ ਅੰਦਰ ਜਾਣ ਦਿੱਤਾ। ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਜਿਹੜਾ ਜੂਨ 84 ਦਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਇਨਸੀਡੈਂਟ ਵਾਪਰਿਆ, ਇਹ ਸਿੱਖ ਕੌਮ ਦੇ ਲਈ ਬਹੁਤ ਹੀ ਮੰਦਭਾਗਾ, ਇਕੱਲੀ ਸਿੱਖ ਕੌਮ ਦੇ ਲਈ ਨਹੀਂ, ਇਹ ਮਨੁੱਖੀ ਕਦਰਾਂ ਕੀਮਤਾਂ ਦੇ ਵੀ ਖਿਲਾਫ ਇੱਕ ਬਹੁਤ ਮਨੁੱਖਤਾ ਦੇ ਖਿਲਾਫ ਜੁਰਮ ਕੀਤਾ ਸਰਕਾਰ ਨੇ, ਜਿਹੜਾ ਕਿ ਬਹੁਤ ਹੀ ਨਿੰਦਣਯੋਗ ਆ। ਸਿੱਖ ਰਹਿੰਦੀ ਦੁਨੀਆ ਤੱਕ ਇਸ ਜਿਹੜਾ ਘਟਨਾ ਹੋਈ ਹੈ ਇਹਨੂੰ ਭੁਲਾ ਨਹੀਂ ਸਕਦੇ। ਇਸੇ ਲਈ ਜਦੋਂ ਹਰ ਸਾਲ ਇਹ ਜੂਨ ਦੇ ਦਿਨ ਆਉਂਦੇ ਨੇ, 6 ਜੂਨ ਤੱਕ ਸਿੱਖਾਂ ਦੀ ਮਾਨਸਿਕਤਾ ਜਿਹੜੀ ਫਿਰ 35-37 ਸਾਲ ਪਹਿਲਾਂ ਦੀ ਉਸ ਘਟਨਾਕ੍ਰਮ ਨੂੰ ਯਾਦ ਕਰਦੀ ਆ ਔਰ ਉਹਦਾ ਐਨਾਲਾਈਜ਼ ਵੀ ਕਰਦੀ ਆ ਕਿ ਕਿਉਂ ਹੋਇਆ, ਕਿੱਥੇ ਕਿਉਂ ਹੋਇਆ, ਇਹਦੇ ਪਿੱਛੇ ਕੀ ਕਾਰਨ ਸੀ। ਇਸ ਲਈ ਘੱਲੂਘਾਰਾ ਜਿਹੜਾ ਇਹ ਹਫ਼ਤਾ ਇਹ ਸਿੱਖਾਂ ਦੀ ਮਾਨਸਿਕਤਾ ਨੂੰ ਬਹੁਤ ਬੁਰੀ ਤਰ੍ਹਾਂ ਟੁੰਬਦਾ। ਜਿਹੜੇ ਕੱਲ ਜਾਣ ਨਹੀਂ ਦਿੱਤਾ ਸੰਗਤ ਨੂੰ, ਉਹਦੇ ਸੰਦਰਭ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਪਤਾ ਲੱਗਿਆ ਮੀਡੀਆ ਦੇ ਰਾਹੀਂ ਜਾਂ ਪਹਿਲਾਂ ਵੀ ਹੁੰਦਾ ਇਹ ਜੀ, ਜਿਹੜੀਆਂ ਸਰਕਾਰਾਂ ਨੇ ਉਸ ਵੇਲੇ ਵੀ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸਿੱਖਾਂ ਦਾ ਇੱਕ ਨੈਸ਼ਨਲ ਵਿਅਕਤੀਤਾ, ਗੁਰੂ ਸਾਹਿਬਾਨ ਦਾ ਇੱਕ ਸਰਬੱਤ ਦੇ ਭਲੇ ਦਾ ਕੰਸੈਪਟ ਆ, ਉਸ ਕੰਸੈਪਟ ਨੂੰ ਚੁਣੌਤੀਆਂ ਰਹੀਆਂ ਨੇ, ਸ਼ੁਰੂ ਤੋਂ ਰਹੀਆਂ ਨੇ। ਉਹ ਚੁਣੌਤੀਆਂ ਅੱਜ ਵੀ ਹੈਗੀਆਂ ਔਰ ਉਹ ਚੁਣੌਤੀਆਂ ਦੇ ਵਿੱਚ ਜਦੋਂ ਸਿੱਖ ਕੌਮ ਬਹੁਤ ਜ਼ੋਰ ਦੀ ਪਹਿਰਾ ਦੇਣ ਦੀ ਕੋਸ਼ਿਸ਼ ਕਰਦੀ ਆ ਤਾਂ ਜਿਹੜੀਆਂ ਵਿਰੋਧੀ ਰਾਜਸੀ ਸ਼ਕਤੀਆਂ ਨੇ ਸਮੇਂ ਦੀਆਂ ਉਹ ਦਬਾਉਣ ਦਾ ਯਤਨ ਕਰਦੀਆਂ ਔਰ ਉਸੇ ਤਹਿਤ ਇਹ ਇੰਨਾ ਵੱਡਾ ਦੁਖਦਾਈ ਕਾਂਡ ਵਰਤਾਉਣ ਤੋਂ ਮਗਰੋਂ ਵੀ ਸਿੱਖਾਂ ਨੂੰ
ਜੂਨ ਦੇ ਮਹੀਨੇ ਦੇ ਵਿੱਚ ਇਕੱਤਰ ਹੋ ਕੇ ਉੱਥੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਤੋਂ ਵੀ ਰੋਕਿਆ ਜਾਂਦਾ, ਜਿਹਦੇ ਤਹਿਤ ਇਹ ਸਾਰੀ ਪੁਲਿਸ ਦੀਆਂ ਰੋਕਾਂ ਜਾਂ ਉੱਥੇ ਹੋਰ ਟਾਸਕ ਫੋਰਸ ਨੂੰ ਵੀ ਭਾਵੇਂ ਇਸ ਕੰਮ ਲਈ ਵਰਤਿਆ ਜਾਵੇ। ਇਹ ਜਿਹੜੀ ਪ੍ਰਬੰਧ ਹੈ ਇਸ ਵੇਲੇ ਇਹ ਨਰੋਲ ਸਿੱਖਾਂ ਦੇ ਸਮਰਪਿਤ ਸਿੱਖੀ ਨੂੰ ਸਿੱਖਾਂ ਦੇ ਹੱਥ 'ਚ ਨਹੀਂ ਹੈ। ਇਸ ਕਰਕੇ ਸੰਗਤ ਨੂੰ ਰੋਕਣ ਦੇ ਕੁਝ ਯਤਨ ਕੀਤੇ ਜਾਂਦੇ ਨੇ। ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਅਕਾਲੀ ਦਲ 1920 ਵੱਲੋਂ ਇਸ ਗੱਲ ਨੂੰ ਬਹੁਤ ਹੀ ਨਿੰਦਣਯੋਗ ਤੇ ਮੰਦਭਾਗਾ। ਤੁਹਾਨੂੰ ਕੀ ਲੱਗਦਾ ਜੀ ਵੀ ਤੁਸੀਂ ਗਿਆ ਉੱਥੇ ਜਿਹੜੇ ਨਰੋਲ ਸਿੱਖ ਨੇ ਉਹਨਾਂ ਦਾ ਕਾਬਜ਼ ਨਹੀਂ ਹੈ ਕਿ ਉੱਥੇ ਵੀ ਤੁਹਾਡੇ ਸੰਦਰਭ ਦਾ ਕੌਣ ਕਾਬਜ਼ ਹੈ, ਕਿਹਦੇ ਹੱਥ 'ਚ ਆ? ਮੈਂ ਇਹ ਕਹਿਣਾ ਸਪਸ਼ਟ ਕਰਨਾ ਚਾਹੁੰਦਾ ਵੀ ਸਿੱਖੀ ਸਰੂਪ ਦੇ ਵਿੱਚ ਇਸ ਤਰ੍ਹਾਂ ਦੇ ਵੀ ਪਹਿਰਾਵਾ ਪਹਿਨ ਕੇ ਸਿੱਖ ਕਮਾ ਰਹੇ ਨੇ ਜਿਹੜੇ ਗੁਰੂਆਂ ਦੀ ਸੋਚ ਨੂੰ ਸਮਰਪਿਤ ਨਹੀਂ, ਗੁਰੂਆਂ ਦੇ ਹੁਕਮ ਨੂੰ ਆਪਣੇ ਤੇ ਘਟਾਉਂਦੇ ਨਹੀਂ ਤੇ ਨਾ ਹੀ ਉਹਦੇ ਤੇ ਆਪ ਚੱਲਦੇ। ਰਾਜਸੀ ਤਾਕਤ ਲਈ ਜਾਂ ਜਾਤੀ ਕਬਜ਼ਿਆਂ ਲਈ ਉਹ ਸਿੱਖ ਵਿਰੋਧੀ ਸਰਕਾਰਾਂ ਦੇ ਹੱਥ ਸੋਕੇ ਬਣ ਕੇ ਸਿੱਖੀ ਸਰੂਪ ਦੇ ਵਿੱਚ ਸਿੱਖੀ ਨੂੰ ਢਾਹ ਲਾਉਂਦੇ ਨੇ ਔਰ ਸਿੱਖੀ ਦੇ ਅਸੂਲਾਂ ਦਾ ਸੰਦਰਭਾਂ ਦਾ ਵਿਰੋਧ ਕਰਦੇ ਨੇ। ਇਹ ਵੀ ਉਦਾਹਰਣ ਹੈ ਜਿਹੜੀ ਅੱਜ ਸ਼੍ਰੋਮਣੀ ਕਮੇਟੀ ਦੇ ਆਪਾਂ ਦੇਖੀਏ ਉਹ ਸਾਡੀ ਸਿੱਖਾਂ ਦੀ ਸਰਵਉੱਚ ਸੰਸਥਾ ਵਾ, ਅਕਾਲ ਤਖਤ ਦਾ ਸਾਰੇ ਸਿੱਖ ਨੂੰ ਸਮਰਪਿਤ ਨੇ, ਪਰ ਅੱਜ ਉੱਥੇ ਜਿਹੜਾ ਕਬਜ਼ਾ ਵਾ ਉਹ ਤੁਹਾਡੇ ਮੁਤਾਬਕ ਕੀ ਲੱਗਦਾ ਵੀ ਕਿਹਦੇ ਅੰਦਰ? ਕਿ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਬੜੇ ਲੰਬੇ ਟਾਈਮ ਤੋਂ ਸੰਸਥਾਵਾਂ ਸਨਮਾਨਜਨਕ ਨੇ। ਗੁਰੂ ਸਾਹਿਬ ਨੇ ਖੁਦ ਆਪ ਉਹਨਾਂ ਨੇ ਇਹਨਾਂ ਨੂੰ ਸਥਾਪਿਤ ਕੀਤਾ। ਸੰਸਥਾਵਾਂ ਦਾ ਕੋਈ ਰੋਸ ਨਹੀਂ, ਕੋਈ ਦੋਸ਼ ਨਹੀਂ ਤੇ ਸਿੱਖ ਸੰਗਤ ਆ ਜਿਹੜੀ ਉਹ ਗੁਰੂਆਂ ਦੇ ਹੁਕਮ ਦੇ ਉੱਤੇ, ਗੁਰੂਆਂ ਦੇ ਦਿਖਾਏ ਹੋਏ ਰਸਤੇ ਦੇ ਉੱਤੇ, ਸਿਧਾਂਤਾਂ ਦੇ ਉੱਤੇ ਚੱਲਦੀ ਹੈ, ਚੱਲਣ ਦਾ ਯਤਨ ਕਰਦੀ ਆ। ਪਰ ਕਈ ਵਾਰੀ ਇਹ ਭੁਲੇਖੇ ਦੇ ਵਿੱਚ ਸੰਗਤ ਨੇ ਐਸੇ ਫੈਸਲੇ ਕਰ ਲਏ ਜਿਹੜੇ ਸ੍ਰੀ ਅਕਾਲ ਤਖਤ ਨੂੰ ਔਰ ਸਿੱਖੀ ਦੇ ਸਿਧਾਂਤਾਂ ਨੂੰ ਸਮਰਪਿਤ ਹੋਣ ਦਾ ਦਿਖਾਵਾ ਕਰਦੇ ਨੇ, ਪਰ ਉਹਨਾਂ ਦੀ ਜਿਹੜੀ ਵਚਨਬੱਧਤਾ ਉਹ ਬਜਾਏ ਸ੍ਰੀ ਅਕਾਲ ਤਖਤ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਜਾਂ ਸਿੱਖੀ ਦੇ ਸਿਧਾਂਤਾਂ ਦੇ, ਉਹਨਾਂ ਦੀ ਜਿਹੜੀ ਸਮਰਪਿਤ ਭਾਵਨਾ ਉਹ ਰਾਜਸੀ ਤਾਕਤ ਦੇ ਵੱਲ ਨੂੰ ਹੈਗੀ ਆ। ਇਸ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ। ਜਿੱਦਾਂ ਕਿ ਲੋਕਾਂ ਦਾ ਕਹਿਣਾ, ਇੱਥੇ ਮੈਂ ਦਰਸ਼ਕਾਂ ਨੂੰ ਕਲੀਅਰ ਕਰ ਦੇਣਾ ਚਾਹੁੰਦਾ, ਮੈਂ ਇੱਕ ਕੁਐਸਚਨ ਇਹਨਾਂ ਨੂੰ ਤਾਂ ਪੁੱਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵੀ ਲੜ ਚੁੱਕੇ ਨੇ, ਤਾਂ ਲੋਕਾਂ ਦਾ ਕਹਿਣਾ ਕਿ ਵੀ ਜ਼ਿਆਦਾਤਰ ਇਹ ਸੋਚਦੇ ਨੇ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਉਹ ਬਾਹਰ ਦਾ ਕਬਜ਼ਾ। ਤੁਹਾਨੂੰ ਕੀ ਲੱਗਦਾ? ਦੇਖੋ, ਬੜੇ ਲੰਬੇ ਟਾਈਮ ਤੋਂ ਪੂਰੇ ਪੰਜਾਬ ਨੇ ਆਮ ਕਰਕੇ ਖਾਸ ਕਰਕੇ ਸਿੱਖਾਂ ਨੇ ਆਪਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਸਰਮੋਰ ਜਥੇਬੰਦੀ ਦੇ ਆਗੂਆਂ ਨੂੰ ਸਨਮਾਨ ਦਿੱਤਾ ਜੀ, ਜਿਹਦੇ ਵਿੱਚ ਟਾਈਮ ਟੂ ਟਾਈਮ ਹੋਰ ਲੀਡਰ ਆਏ, ਪ੍ਰਧਾਨ ਆਏ ਅਕਾਲੀ ਦਲ ਦੇ, ਉਹਨਾਂ ਨੇ ਸਿੱਖੀ ਸਿਧਾਂਤਾਂ ਮੁਤਾਬਕ ਸੇਵਾ ਕੀਤੀ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਰਹੇ। ਪਰ ਹੁਣ ਜਿਹੜਾ ਅੱਜ ਕੱਲ੍ਹ ਦਾ ਟਾਈਮ ਆ, ਪਿਛਲੇ ਟਾਈਮ ਤੋਂ ਅਸੀਂ ਦੇਖ ਰਹੇ ਹਾਂ, ਹਰ ਸਿੱਖ ਨੂੰ ਇੱਕ ਗੱਲ ਸਪਸ਼ਟ ਹੋ ਗਈ ਵੀ ਜਿਹੜਾ ਹੁਣ ਅਕਾਲੀ ਦਲ ਸਿੱਖਾਂ ਦੀ ਜਮਾਤ ਸੀ ਉਹਦੇ ਤੇ ਬੜੀ ਚਲਾਕੀ ਨਾਲ ਇੱਕ ਪਰਿਵਾਰ ਨੇ ਉਹਨੂੰ ਆਪਦੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਉਹਦੀ ਜਿਹੜੀ ਪੋਲੀਟੀਕਲ ਰਜਿਸਟ੍ਰੇਸ਼ਨ ਆ ਉਹ ਵੀ ਇੱਕ ਪਰਿਵਾਰ ਦੇ ਨਾਂ ਦੇ ਅਕਾਲੀ ਦਲ ਬੱਬਾ ਦੇ ਨਾਂ ਤੇ ਰਜਿਸਟਰ ਕਰ ਲਿਆ। ਮਤਲਬ ਤੁਹਾਡੇ ਕਹਿਣ ਦਾ ਮਤਲਬ ਅਕਾਲੀ ਦਲ ਬਾਦਲ ਦੇ ਆਪਣੇ ਨਾਂ ਤੇ ਰਜਿਸਟਰ ਕਰਦਾ, ਜਿਹੜੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਸੰਸਥਾ ਸੀ ਜਿਹੜੀ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜ ਕੇ ਨਿਕਲੀ ਸੀ। ਇਹ ਬੜਾ ਲੰਮਾ ਇਤਿਹਾਸ ਆ। ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਸਿੱਖਾਂ ਦੇ ਸੰਗਠਨ ਜੋ ਐਜੂਕੇਸ਼ਨਾਂ ਦੇ ਵਿੱਚੋਂ ਪੜ੍ਹ ਕੇ ਨਿਕਲੇ, ਉਹਨਾਂ ਦਾ ਸੰਗਠਨ ਰੂਪ ਅਕਾਲੀ ਦਲ ਸੀ, ਜਿਹੜਾ ਅਕਾਲੀ ਦਲ 1920 ਦੇ ਵਿੱਚ ਸਥਾਪਿਤ ਹੋਇਆ। ਉਹਦੇ ਤੇ ਜਮਾਤੀ ਕਬਜ਼ਾ ਸੀ, ਪਰ ਬਦਕਿਸਮਤੀ ਨੂੰ ਇਹ ਇੱਕ ਪਰਿਵਾਰ ਨੇ ਆਪਣੇ ਨਾਮ ਪਾਰਟੀ ਰਜਿਸਟਰ ਕਰਵਾ ਕੇ ਇਹ ਜਮਾਤੀ ਸੰਸਥਾ ਨੂੰ, ਸੰਗਠਨ ਨੂੰ ਨਿੱਜੀ ਸੰਗਠਨ ਦੇ ਰੂਪ ਦੇ ਵਿੱਚ ਚਤਰਾਈ ਨਾਲ ਬਦਲ ਲਿਆ, ਜਿਸ ਕਰਕੇ ਇਹ ਆਪਣੀ ਰਾਜਸੀ ਮਨੋਰਥ ਨੂੰ ਮੁੱਖ ਰੱਖ ਕੇ ਫੈਸਲੇ ਕਰਦੇ ਨੇ, ਨਾ ਕਿ ਸਿੱਖੀ ਸਿਧਾਂਤਾਂ ਨੂੰ ਜਾਂ ਗੁਰਮਤਿ ਦੇ ਸਿਧਾਂਤਾਂ ਨੂੰ ਜਾਂ ਸ੍ਰੀ ਅਕਾਲ ਤਖਤ ਦੇ ਸਿਧਾਂਤਾਂ ਨੂੰ ਇਹ ਪਾਲਣਾ ਨਹੀਂ ਕਰਦੇ।
ਖਾਲਿਸਤਾਨ ਦੀ ਮੰਗ ਨੂੰ ਕਿਵੇਂ ਦੇਖਦੇ ਹੋ? ਖਾਲਿਸਤਾਨ ਜਿਹੜਾ ਇਹ ਬੜੀ ਦੇਰ ਤੋਂ ਇਹ ਪੰਜਾਬ ਦੇ ਵਿੱਚ ਇਹਦੀ ਚਰਚਾ ਹੁੰਦੀ ਆ ਜੀ ਸਮੇਂ ਨਾਲ ਇਹਦੀ ਚਰਚਾ ਮੱਠੀ ਨਹੀਂ ਪਈ, ਬਲਕਿ ਹੁਣ ਬੜੇ ਦੂਰ ਤੱਕ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਵੱਖ-ਵੱਖ ਚੈਨਲਾਂ ਦੇ ਉੱਤੇ ਮੀਡੀਆ ਦੇ ਸਾਧਨਾਂ ਦੇ ਵਿੱਚ ਜਾਂ ਲਿਖਤਾਂ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਹੁਣ ਆਮ ਸਿੱਖ ਨੂੰ ਪਤਾ ਹੈ ਖਾਲਿਸਤਾਨ। ਪਰ ਮੈਂ ਸਮਝਦਾ ਵੀ ਖਾਲਿਸਤਾਨ ਇੱਕ ਖਾਲਸੇ ਦੀ ਵਿਚਾਰਧਾਰਾ, ਗੁਰੂਆਂ ਦੀ ਵਿਚਾਰਧਾਰਾ ਦਾ ਇੱਕ ਕਨਸੈਪਟ ਆ, ਜਿਹੜਾ ਕਨਸੈਪਟ ਸਰਬੱਤ ਦੇ ਭਲੇ ਦੇ ਮੂਲ ਮੰਤਰ ਦੇ ਉੱਤੇ ਡਿਪੈਂਡ ਕਰਦਾ। ਇਹਦਾ ਬੇਸ ਆ ਜੇ ਸਾਡੇ ਦੁਨੀਆ ਦੇ ਵਿੱਚ ਹਿੰਦੂਇਜ਼ਮ ਦੇ ਉੱਤੇ ਹਿੰਦੂ ਰਾਸ਼ਟਰ ਬਣਾਇਆ ਜਾ ਸਕਦਾ ਜਾਂ ਉਹਦੀ ਮੰਗ ਕੀਤੀ ਜਾ ਸਕਦੀ ਆ, ਜਾਂ ਇਸਲਾਮ ਦੇ ਸਿਧਾਂਤਾਂ ਦੇ ਉੱਤੇ, ਇਸਲਾਮ ਧਰਮ ਦੇ ਸਿਧਾਂਤਾਂ ਦੇ ਉੱਤੇ ਕੋਈ ਇਸਲਾਮਿਕ ਦੇਸ਼ ਬਣ ਸਕਦੇ ਨੇ, ਤਾਂ ਕੰਪੈਰੇਟਿਵਲੀ ਖਾਲਸੇ ਦੇ ਸਿਧਾਂਤ ਆਮ ਲੋਕਾਂ ਦੇ ਪ੍ਰਤੀ ਉਹ ਸੇਵਾ ਭਾਵਨਾ ਵਾਲੇ ਨੇ, ਨਿਆਂਕਾਰੀ ਨੇ। ਖਾਲਸੇ ਦੇ ਸਿਧਾਂਤ ਜਨ ਹਿੱਤ ਦੇ ਵਿਰੋਧ 'ਚ ਨਹੀਂ ਹੈ, ਜਨ ਦੇ ਹਿੱਤ 'ਚ ਜਿਹੜਾ ਵਿਚਾਰਧਾਰਾ ਗੁਰੂ ਸਾਹਿਬ ਨੇ ਦਿੱਤੀ ਸਰਬੱਤ ਦੇ ਭਲੇ ਦੀ, ਇਹਦਾ ਨਾਮ ਖਾਲਿਸਤਾਨ ਕਹਿ ਲਓ, ਇਹਨੂੰ ਤੁਸੀਂ ਸਿੱਖਾਂ ਦੀ ਆਪਣੀ ਸੋਚ ਦੇ ਮੁਤਾਬਿਕ ਦਿੱਤਾ ਕਹਿ ਲਓ ਕਿ ਤੁਸੀਂ ਖਾਲਿਸਤਾਨ ਦਾ ਸਮਰਥਨ ਕਰਦੇ ਹੋ। ਕੱਲ੍ਹ ਜਿਹੜੇ ਮੀਡੀਆ ਨੇ ਕੁਐਸਚਨ ਪੁੱਟ ਕੀਤੇ ਜਥੇਦਾਰ ਸਾਹਿਬ ਨੂੰ, ਅਕਾਲ ਤਖਤ ਨੂੰ, ਕਿ ਜੇ ਤੁਸੀਂ ਖਾਲਿਸਤਾਨ ਨੂੰ ਕਿਵੇਂ ਦੇਖਦੇ ਹੋ, ਉਹਨਾਂ ਨੇ ਕਿਹਾ ਜੇ ਸਰਕਾਰ ਸਾਨੂੰ ਦਿੰਦੀ ਹੈ ਤਾਂ ਅਸੀਂ ਲੈ ਲਾਂਗੇ। ਤੇ ਇਹੀ ਗੱਲ ਕਿਸੇ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਕਹੀ ਸੀ। ਉਹਨਾਂ ਦੇ ਰੂਪ ਨੂੰ ਕਿਵੇਂ ਦੇਖਦੇ ਹੋ? ਅਸਲ ਜਿਹੜੀ ਗੱਲ ਹੈ ਇਹ ਬਹੁਤ ਵੱਡੀ ਗੱਲ ਆ, ਪਰ ਇਹਨੂੰ ਬਹੁਤ ਹਲਕੇ ਕਨਸੈਪਟ 'ਚ ਪੁੱਛ ਵੀ ਲੈਂਦੇ ਨੇ ਤੇ ਜਵਾਬ ਦੇਣ ਵਾਲੇ ਜਵਾਬ ਦਿੰਦੇ ਨੇ। ਖਾਲਿਸਤਾਨ ਦੀ ਮੰਗ। ਹਾਂ ਜੀ, ਅਸਲ ਜਿਹੜੀ ਗੱਲ ਆ, ਜਦੋਂ ਤੋਂ ਭਾਰਤ ਦੇਸ਼ ਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ ਕਰਾਈ ਆ ਸਮੇਂ ਦੇ ਹਾਕਮਾਂ ਨੇ, ਉਦੋਂ ਕੁਝ ਵਾਅਦੇ ਔਰ ਯਕੀਨ ਦਿਵਾਇਆ ਗਿਆ ਸੀ ਕਿ ਤੁਹਾਡੀ ਸੋਚ ਨੂੰ, ਤੁਹਾਡੇ ਸਿਧਾਂਤ ਨੂੰ ਆਜ਼ਾਦੀ ਦਾ ਪੂਰਾ ਅਹਿਸਾਸ ਕਰਾਇਆ ਜਾਊਗਾ। ਬਦਕਿਸਮਤੀ ਨੂੰ ਉਸ ਵੇਲੇ ਦੇ ਲੀਡਰਾਂ ਵੱਲੋਂ ਉਸੇ ਵੇਲੇ ਉਹਦੇ ਮੁੱਕਰ ਹੋ ਗਏ। ਉਸ ਤੋਂ ਬਾਅਦ ਸਮੇਂ-ਸਮੇਂ ਪੰਜਾਬ ਦੇ ਲੋਕਾਂ ਨਾਲ ਆਮ ਕਰਕੇ, ਸਿੱਖਾਂ ਨਾਲ ਖਾਸ ਕਰਕੇ, ਦਿੱਲੀ ਦੀ ਸਰਕਾਰ ਵੱਲੋਂ ਜਾਇਜ਼ ਗੱਲਾਂ ਨੂੰ ਨਾ ਮੰਨਣ ਨਾਲ ਇਹ ਕਈ ਤਰ੍ਹਾਂ ਦੇ ਵਿਰੋਧ ਉੱਠੇ, ਐਜੂਕੇਸ਼ਨਾਂ ਹੋਈਆਂ, ਜਿਹਦੇ ਗੁੱਸੇ ਦੇ ਵਿੱਚ ਬਹੁਤ ਸਿੱਖ ਇਹ ਵੀ ਸੋਚਣ ਲੱਗ ਗਏ ਵੀ ਇਹ ਤਾਂ ਹਿੰਦੁਸਤਾਨ ਦੇ ਨਾਲ ਰਲ ਗਈ ਨਾ, ਅੱਜ ਵੀ ਚਰਚੇ ਕਰਦੇ ਨੇ। ਤੇ ਕਈ ਜਿਨ੍ਹਾਂ ਦੇ ਨਾਲ ਬਹੁਤ ਬੇਇਨਸਾਫੀਆਂ ਹੋਈਆਂ ਜਾਂ ਇਹ ਸੱਚ ਦੇ ਉੱਤੇ ਖੜ ਕੇ ਉਹਨਾਂ ਨੂੰ ਲੜਾਈ ਲੜਨੀ ਪਈ, ਉਹਨਾਂ ਨੇ ਆਪਣੇ ਮਨਾਂ ਦੇ ਵਿੱਚ ਇਸ ਗੱਲ ਦੀ ਧਾਰਨਾ ਨੂੰ ਪੱਕਾ ਕਰ ਲਿਆ ਵੀ ਸਿੱਖਾਂ ਦਾ ਦੇਸ਼ ਹੀ ਵੱਖਰਾ ਹੋਣਾ ਚਾਹੀਦਾ। ਮਤਲਬ ਤੁਸੀਂ ਕਹਿੰਦੇ ਹੋ ਵੀ ਜਿਹੜਾ ਖਾਲਿਸਤਾਨ ਆ, ਇੱਥੇ ਅੱਜ ਜਿਹੜਾ ਭਾਰਤ ਦੇ ਵਿੱਚ ਸਿੱਖ ਨੂੰ ਆਜ਼ਾਦੀ ਨਹੀਂ। ਮੈਂ ਇਕੱਲੇ ਸਿੱਖਾਂ ਦੀ ਆਜ਼ਾਦੀ ਨਹੀਂ ਕਰਦਾ ਜਾਂ ਇਕੱਲੇ ਸਿੱਖਾਂ ਨਾਲ ਬੇਇਨਸਾਫੀ ਦੀ ਗੱਲ ਨਹੀਂ ਕਰਦਾ। ਇੱਥੇ ਹੋਰ ਵੀ ਜਿਸ ਤਰ੍ਹਾਂ ਕਿ ਇਸਲਾਮ ਵਾਲੇ ਨੇ ਜੀ, ਜਿਹੜੀ ਮਾਈਨੋਰਟੀ ਆ ਉਹ ਮੈਜੋਰਟੀ ਦੇ ਥੱਲੇ ਉਹਨੂੰ ਰੱਖਣ ਦਾ ਜਿਹੜਾ ਪ੍ਰੈਸ਼ਰ ਨਾਲ ਰੱਖਣ ਦਾ ਯਤਨ ਕੀਤਾ ਜਾਂਦਾ, ਇਹਦੇ 'ਚ ਸਾਰੀਆਂ ਗੱਲਾਂ ਉਪਜਦੀਆਂ ਨੇ। ਵਖਰੇਵੇਂ ਦੀ ਭਾਵਨਾ ਪੈਦਾ ਹੁੰਦੀ ਆ। ਇਹ ਮੌਕੇ ਦੇ ਹਾਕਮਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਆ। ਸਿੱਖਾਂ ਦੇ ਮਾਮਲੇ ਦੇ ਵਿੱਚ ਇੱਕ ਖਾਲਿਸਤਾਨ ਸ਼ਬਦ ਵੀ ਉਸ ਗੁੱਸੇ ਜਾਂ ਨਾਰਾਜ਼ਗੀ ਜਾਂ ਅਲੈਹਦਗੀ ਦੀ ਭਾਵਨਾ ਉਦੋਂ ਆਉਂਦੀ ਆ ਜਦੋਂ ਉਹਨਾਂ ਨੂੰ ਬਿਆਨ ਕਰਨ ਦੀ ਤਰੀਕੇ ਨਾਲ ਸੁਣਿਆ ਨਹੀਂ ਜਾਂਦਾ। ਬਹੁਤ ਸਾਰੇ ਮਸਲੇ ਪੰਜਾਬ ਨਾਲ ਸੰਬੰਧਿਤ ਸੀ ਜਿਹੜੇ ਧੱਕੇ ਨਾਲ ਉਹਨਾਂ ਦੇ ਪੰਜਾਬ ਦੇ ਉਲਟ, ਸਿੱਖਾਂ ਦੇ ਉਲਟ ਉਹ ਲਾਗੂ ਕੀਤੇ ਜਾਂਦੇ। ਜਿਹੜਾ ਲੰਬੇ ਸਮੇਂ ਤੋਂ ਇੱਕ ਲੋਕਾਂ ਦੇ ਵਿੱਚ ਜਿਹੜੀ ਧਾਰਨਾ ਬਣੀ ਹੋਈ ਹੈ, ਜਿਹੜਾ ਸਿਮਰਨਜੀਤ ਸਿੰਘ ਮਾਨ, ਉਹ ਜਿਹੜੇ ਨੇ ਖਾਲਿਸਤਾਨ ਦੇ ਪੱਖੀ ਨੇ। ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਉਹਨਾਂ ਨੇ ਮਤਲਬ ਸਰਕਾਰਾਂ ਦੇ ਨਾਲ ਰਲ ਕੇ, ਅੱਜ ਤੱਕ ਬਾਦਲ ਨਾਲ ਰਲ ਕੇ ਇਹ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਕਿਸੇ ਹੋਰ ਨੂੰ ਕਾਬਜ਼ ਨਹੀਂ ਹੋਣ ਦਿੱਤਾ, ਸਿਰਫ ਉਸ ਪਰਿਵਾਰ ਦੇ ਥੱਲੇ ਰੱਖੀ ਆ। ਤੁਹਾਨੂੰ ਕੀ ਲੱਗਦਾ ਕਿ ਉਹ ਇੱਦਾਂ ਸਰਕਾਰਾਂ ਦੇ ਨਾਲ ਉਹਨੂੰ ਸਿਮਰਨਜੀਤ ਸਿੰਘ ਮਾਨ ਦੇ ਰੂਪ ਨੂੰ ਕਿਵੇਂ ਦੇਖਦੇ? ਦੇਖੋ, ਜਿਹੜੇ ਨਾਅਰੇ ਮਾਰਨੇ ਨੇ ਖਾਲਿਸਤਾਨ ਦੇ, ਨਾਅਰਿਆਂ ਨਾਲ ਕਦੇ ਕੋਈ ਮਸਲਾ ਹੱਲ ਨਹੀਂ ਹੁੰਦਾ ਜਾਂ ਕੋਈ ਦੇਸ਼ ਨਹੀਂ ਬਣ ਜਾਂਦਾ। ਦੇਸ਼ ਦੇ ਨਾਲ ਰਹਿਣਾ ਸੀ ਤਦ ਵੀ ਸੰਗਠਿਤ ਫੈਸਲਾ ਸੀ ਅਕਾਲੀ ਦਲ ਦਾ ਸਿੱਖਾਂ ਦਾ।
ਜੇ ਕੋਈ ਅਲੱਗਾ ਹੋਣ ਵਾਲੀ ਗੱਲ ਵੀ ਹੋ ਫਿਰ ਵੀ ਸਾਰੇ ਸਿੱਖ ਬਹੁਤ ਗਿਣਤੀ ਦੇ ਰੂਪ ਦੇ ਵਿੱਚ ਇਸ ਗੱਲ ਦੇ ਉੱਤੇ ਜਦੋਂ ਤਈਆ ਕਰ ਲਿਆ ਫਿਰ ਕਿਸੇ ਸਰਕਾਰ ਨੂੰ ਸੁਣਨੀ ਵੀ ਪਊ ਤੇ ਉਹ ਗੱਲਾਂ ਵੀ ਹੋਣਗੀਆਂ। ਹੁਣ ਜੇ ਤੁਸੀਂ ਨਾਮ ਲਿਆ, ਜੇ ਇਸ ਢੰਗ ਨਾਲ ਦੋ ਨਾਰੇ ਮਾਰ ਕੇ ਸਾਲ ਮਗਰੋਂ ਅਸੀਂ ਕਹਿੰਦੇ ਖਾਲਿਸਤਾਨ ਬਣ ਜਾਓ, ਉਹਦੇ ਲਈ ਪ੍ਰੈਕਟੀਕਲੀ ਕੋਈ ਰੂਪਰੇਖਾ ਪ੍ਰੋਗਰਾਮ ਨਾ ਹੋਵੇ ਤਾਂ ਇਹ ਸੰਭਵ ਲੱਗਦੀ ਆ। ਜਿਸ ਤਰ੍ਹਾਂ ਕਿ ਹੁਣ ਜਥੇਦਾਰ ਜੀ ਨੇ ਵੀ ਕਿਹਾ ਜੇ ਸਿੱਖਾਂ ਨੂੰ ਖਾਲਿਸਤਾਨ ਦੇ ਦੇਣਗੇ ਤਾਂ ਸਿੱਖ ਲੈ ਲਾਂਗੇ ਅਸੀਂ। ਉਹਨੂੰ ਵੀ ਲੱਗਦਾ ਸਰਕਾਰਾਂ ਦਿੰਦੀਆਂ ਹੁੰਦੀਆਂ ਨੇ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੁੰਦੀਆਂ। ਇਤਿਹਾਸ ਆ ਜਦੋਂ ਵੀ ਦੇਸ਼ਾਂ ਦੇ ਵਿੱਚ ਹੋਰ ਬਦਲਵੇਂ ਸਰੂਪ ਹੁੰਦੇ ਨੇ ਤਾਂ ਉਹ ਆਵਾਮ ਲੋਕਾਂ ਵੱਲੋਂ ਕਿਸੇ ਮੌਜੂਦਾ ਪ੍ਰਬੰਧ ਦੇ ਖਿਲਾਫ ਕੋਈ ਰੋਸ ਹੁੰਦਾ ਜਾਂ ਉਹਦੇ ਖਿਲਾਫ ਐਜੀਟੇਸ਼ਨ ਹੁੰਦੀ ਆ, ਉਹਦਾ ਕੋਈ ਬੇਸ ਆ ਔਰ ਬੜਾ ਲੰਮਾ ਟਾਈਮ ਚੱਲਦਾ ਹੁੰਦਾ ਹੈ ਤੇ ਤਦ ਕਿਤੇ ਜਾ ਕੇ ਕੋਈ ਦੇਸ਼ ਦੂਸਰਾ ਜਿਹੜਾ ਉਹ ਬਣਦਾ। ਇਹ ਕੋਈ ਕੁਦਰਤ ਦਾ ਕੰਮ ਨਹੀਂ ਔਰ ਨਾ ਹੀ ਇਹ ਇਕੱਲੇ ਬਿਆਨਬਾਜ਼ੀ ਦੇ ਨਾਲ ਹੀ ਹੋਣ ਵਾਲੀ ਗੱਲ। ਤੁਹਾਡੇ ਕਹਿਣ ਦੇ ਮੁਤਾਬਕ ਕਿ ਇਕੱਲੇ ਸਿਮਰਨਜੀਤ ਸਿੰਘ ਮਾਨ ਨੇ ਜਿਹੜੇ ਜਾਂ ਉਹਨਾਂ ਦੇ ਕੁਝ ਸਮਰਥਕ ਨੇ ਤੇ ਲੰਬੇ ਸਮੇਂ ਤੋਂ ਖਾਲਿਸਤਾਨ ਦੇ ਨਾਂ ਦੇ ਉੱਤੇ ਲੜਾਈ ਵੀ ਲੜ ਰਹੇ ਨੇ। ਇਕੱਲੇ ਤੁਹਾਡੇ ਕਹਿਣ ਦੇ ਮੁਤਾਬਕ ਉਹ ਇਕੱਲੇ ਨਾਅਰੇ ਮਾਰਦੇ ਨੇ, ਇੱਦਾਂ ਕੋਈ ਦੇਸ਼ ਨਹੀਂ ਬਣਦੇ ਹੁੰਦੇ। ਤੇ ਇਹੀ ਜਿਹੜਾ ਰੂਪ ਆ, ਇਹੀ ਗੱਲ ਜਥੇਦਾਰ ਸਾਹਿਬ ਨੇ ਕਿਹਾ, ਇਹੀ ਗੱਲ ਪਿਛਲੇ ਲੰਬੇ ਸਮੇਂ ਤੋਂ ਮਾਨ ਕਹਿ ਰਹੇ ਨੇ ਕਿ ਅਸੀਂ ਖਾਲਿਸਤਾਨ ਲੈਣਾ। ਤੁਹਾਨੂੰ ਕੀ ਲੱਗਦਾ ਕਿ ਇੱਥੇ ਮਿਲੀ ਭੁਗਤ? ਜਿਹੜੀ ਗੱਲ ਹੁਣ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਡੀਆ ਦੇ ਰਾਹੀਂ ਆਈ ਆ ਜਥੇਦਾਰ ਜੀ ਨੇ ਅਕਾਲ ਤਖਤ ਤੇ ਖਾਲਿਸਤਾਨ ਦੇ ਸਬੰਧ ਵਿੱਚ ਕਿਹਾ ਵੀ ਇਹ ਸਰਕਾਰ ਤੋਂ ਉੱਤਰ ਲੈਣਾ ਸੀ, ਉਹ ਬਿਆਨਬਾਜ਼ੀ ਆ। ਮੈਂ ਸੰਸਥਾਵਾਂ ਦਾ ਸਤਿਕਾਰ ਕਰਦਾ, ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦਾ, ਦਾ ਸਤਿਕਾਰ ਕਰਦਾ, ਸਿੱਖਾਂ ਦਾ ਸਤਿਕਾਰ ਕਰਦਾ, ਪਰ ਜਿੱਥੋਂ ਤੱਕ ਗੱਲ ਗੰਭੀਰਤਾ ਦੀ ਆ ਇਹ ਮੈਨੂੰ ਇਹਦੇ ਪਿੱਛੇ ਬਹੁਤ ਸ਼ੈਤਾਨੀ ਸ਼ੁਰੂ ਵੀ ਲੱਗਦੀ ਹੈ ਕਿਉਂਕਿ ਜਿਸ ਕਾਬਜ ਧਿਰ ਨੇ ਚਾਹੇ ਉਹ ਐਜੀਪੀਸੀ ਦੇ ਸਰਦਾਰ ਲੋਕੋੜ ਪ੍ਰਧਾਨ ਜੀ ਨੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ, ਇਹਨਾਂ ਦੀ ਜਿਹੜੀ ਨਿਯੁਕਤੀ ਆ ਇਹ ਉਸ ਦਲ ਵੱਲੋਂ ਕੀਤੀ ਗਈ ਆ ਜਿਹੜਾ ਕਦੇ ਵੀ ਨਾ ਪੰਜਾਬ ਪ੍ਰਤੀ ਸਹਿਰਦ ਰਿਹਾ ਤੇ ਨਾ ਹੀ ਸਿੱਖ ਮੁੱਦਿਆਂ ਪ੍ਰਤੀ ਸਹਿਰਦ ਰਿਹਾ। ਜਿਸ ਤਰ੍ਹਾਂ ਪਹਿਲਾਂ ਬਹੁਤ ਸਾਰੀਆਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸੰਗਤ ਰੋਸ ਧਰਤੀ ਦੇ ਉੱਤੇ ਗੋਲੀਆਂ ਚਲਾ ਕੇ ਕਤਲ ਕਰਨ ਦਾ ਜਿਹੜਾ ਬਹੁਤ ਸਰਗਰਮ ਤੇ ਭਖਦਾ ਮੁੱਦਾ ਸੀ ਇਹ ਉਹਦੇ ਕਾਰਨ ਆਪਣੀ ਖੁਸ਼ੀ ਹੋਈ ਲੋਕਪ੍ਰਿਯਤਾ ਨੂੰ ਔਰ ਸਿੱਖ ਕੌਮ ਨੂੰ ਉਹਨਾਂ ਮੁੱਦਿਆਂ ਤੋਂ ਧਿਆਨ ਕਰਨ ਵਾਸਤੇ ਇਹ ਵਕਤੀ ਤੌਰ ਤੇ ਨਾਅਰੇ ਲਵਾਏ ਜਾ ਰਹੇ ਨੇ। ਮੈਂ ਇਹ ਨਹੀਂ ਸਮਝਦਾ ਕਿ ਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਤੇ ਨਾ ਹੀ ਜਥੇਦਾਰ ਕੋਈ ਖਾਲਿਸਤਾਨ ਦੇ ਬਾਰੇ ਕੁਛ ਕਰਨਗੇ ਜਾਂ ਇਹਨਾਂ ਦਾ ਕੋਈ ਏਜੰਡਾ। ਜਿਹੜੀ ਤੁਹਾਡੀ ਪਾਰਟੀ ਆ ਤੇ ਤੁਸੀਂ ਗੱਲ ਇੱਥੇ ਕੀਤੀ ਹੈ ਕਿ ਜਿਹੜੀ ਬਰਗਾੜੀ ਬੇਅਦਬੀ ਹੋਈ, ਬਹਿਬਲ ਕਲਾਂ ਗੋਲੀ ਚੱਲੀ, ਉੱਥੇ ਤੁਹਾਡੀ ਪਾਰਟੀ ਵੱਲੋਂ ਕੀ ਉਸ ਟਾਈਮ ਉਸ ਇਨਸਾਫ ਲੈਣ ਦੀ ਗੱਲ ਕੁਛ ਕੀਤਾ ਗਿਆ? ਅਸੀਂ ਬਾਕੀ ਸਿੱਖਾਂ ਦੇ ਵਾਂਗੂ ਅਸੀਂ ਵੀ ਬਹੁਤ ਸਾਡੇ ਹਿਰਦੇ ਰੂਪ ਤੇ ਗਏ ਪਾਰਟੀ ਦੇ ਤੌਰ ਤੇ। ਅਸੀਂ ਉਸ ਵੇਲੇ ਸਰਦਾਰ ਰਵਿੰਦਰ ਸਿੰਘ ਜੀ ਉਹਨਾਂ ਨੇ ਦੀ ਅਗਵਾਈ ਦੇ ਵਿੱਚ ਅਸੀਂ ਇਸ ਮੁੱਦੇ ਨੂੰ ਸਮੇਂ ਵਿਚਾਰਿਆ ਤੇ ਆਪਣਾ ਪੱਖ ਵੀ ਦਿੱਤਾ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਦੇ ਹਾਂ ਵੀ ਜਿਹੜਾ 94 ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ ਉਹਦੇ ਵਿੱਚ ਸਰਦਾਰ ਮਾਨ ਨੇ ਸਾਡੇ ਪ੍ਰਧਾਨ ਜੀ ਨਾਲ ਸੰਪਰਕ ਕਰਕੇ ਉਹਦੇ 'ਚ ਰੋਸ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਜੀ। ਤੇ ਪ੍ਰਧਾਨ ਜੀ ਨੇ ਕਿਹਾ ਵੀ ਬਾਕੀ ਗੱਲਾਂ ਤਾਂ ਜਿਹੜੀਆਂ ਹੋਣਗੀਆਂ ਇਸ ਬੇਅਦਬੀ ਦੇ ਪਿੱਛੇ ਇਹ ਜਿਹੜਾ ਰਾਜਸੀ ਪਰਿਵਾਰ ਆ ਇਹ ਜ਼ਿੰਮੇਵਾਰ ਆ। ਇਹ ਸਾਡੇ ਵੱਲੋਂ ਅਕਾਲੀ ਦਲ 1920 ਵੱਲੋਂ ਇੱਕ ਕੰਡੀਸ਼ਨ ਸੀ ਵੀ ਘੱਟੋ ਘੱਟ ਹੋਰ ਸਜ਼ਾ ਦਾ ਅਦਾਲਤਾਂ 'ਚ ਜੋ ਉਹ ਤਾਂ ਬਾਅਦ 'ਚ ਦੇਖੀ ਜਾਊ। ਇਸ ਇਕੱਠ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਪੰਥ ਦੇ ਵਿੱਚੋਂ ਖਾਰਜ ਕੀਤਾ ਜਾਵੇ ਜੀ। ਇਹ ਮੰਗ ਸੀ ਜਿਹੜੀ ਉਹਦੇ ਵਿੱਚ ਰੱਖੀ ਗਈ ਯਕੀਨ ਦੇ ਕੇ, ਪਰ ਇਹਦੇ ਤੇ ਜਦੋਂ ਨਾ ਕੁਛ ਕੰਮ ਹੋਇਆ ਤਾਂ ਅਸੀਂ ਪਾਰਟੀ ਤੌਰ ਤੇ ਉਹਦੇ ਵਿੱਚ ਭਾਵੇਂ ਸ਼ਾਮਲ ਨਹੀਂ ਹੋਏ, ਪਰ ਅਸੀਂ ਸਿੱਖਾਂ ਦੇ ਆਮ ਇਕੱਠ ਦੇ ਵਿੱਚ ਸਾਡੀ ਮਨੋਂ ਤੋਂ ਸ਼ਮੂਲੀਅਤ ਸੀ। ਇਸ ਇਸ਼ੂ ਦੇ ਉੱਤੇ ਅਸੀਂ ਵੀ ਬਹੁਤ ਤੰਗ ਸੀ, ਸਾਡੀ ਵੀ ਆਤਮਾ ਸੀ ਜਿਹੜੀ ਉਹ ਦੁੱਖ ਮਹਿਸੂਸ ਕਰਦੀ ਸੀ ਔਰ ਅਸੀਂ ਲਗਾਤਾਰ ਇਹ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਮੰਗ ਕਰਦੇ ਰਹੇ ਔਰ ਇਹਦਾ ਜੋ ਹਾਲ ਆ ਇਸ ਇਸ਼ੂ ਦਾ ਉਹ ਸਾਰਿਆਂ ਦੇ ਸਾਹਮਣੇ ਪੂਰਾ ਪੰਜਾਬ ਜਾਣ। ਕਿਸੇ ਉਸ ਟਾਈਮ ਦੇ ਕਿਸੇ ਸੰਘਰਸ਼ ਦੇ ਵਿੱਚ ਭਾਗ ਲਿਆ?
ਕਿਸ ਟਾਈਮ ਦੀ ਸੀ? ਜਿਹੜਾ ਰੋਸ ਹੋਇਆ ਲੋਕਾਂ ਦੇ ਵਿੱਚ, ਬਰਗਾੜੀ ਗੁਰਦਾਸ ਸਾਹਿਬ ਦੀ ਡੈਥ ਵੀ ਹੋਈ, ਬਹੁਤ ਲੋਕਾਂ ਦੇ ਵਿੱਚ ਰੋਸ ਹੋਇਆ, ਉਸ ਕਿਸੇ ਸੰਘਰਸ਼ ਦੇ ਵਿੱਚ ਵੀ ਹਿੱਸਾ ਲਿਆ ਉਸ ਸਮੇਂ? ਆਮ ਸਿੱਖਾਂ ਦੀ ਤਰ੍ਹਾਂ ਅਸੀਂ ਵੀ ਪਾਰਟੀ ਦੇ ਵਰਕਰ ਹੋਣ ਦੇ ਬਾਵਜੂਦ ਅਸੀਂ ਆਮ ਸਿੱਖਾਂ ਦੀ ਤਰ੍ਹਾਂ ਜਿਸ ਤਰ੍ਹਾਂ ਰੋਸ ਮਾਰਚ ਵੱਲੋਂ ਰਸਤਿਆਂ ਦੇ ਵਿੱਚ ਖੜੇ ਹੋਣ ਤੇ ਇਸ ਤਰ੍ਹਾਂ ਦੀ ਸਰਗਰਮੀ ਜਿਹੜੀ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੇ ਪਾਸੇ ਨੂੰ ਜ਼ੋਰ ਦੇ ਕੇ ਲੈ ਕੇ ਜਾਣ ਵਾਲੇ ਸੀ, ਉਹਦੇ ਵਿੱਚ ਅਸੀਂ ਆਪਣਾ ਜਥਾ ਸਖਤ ਜਾਤੀ ਤੇ ਜਮਾਤੀ ਪਾਰਟੀ ਦੀ ਜੋ ਸਾਡਾ ਰੋਲ ਯੋਗਦਾਨ ਅਸੀਂ ਪਾਉਂਦੇ ਰਹੇ ਹਾਂ, ਪਰ ਅਜੇ ਵੀ ਪਾਉਂਦੇ ਹਾਂ ਕਿਉਂਕਿ ਇਸ਼ੂ ਅੱਜ ਵੀ ਇਹਦੇ ਸਾਹਮਣੇ ਜਿਹੜੇ ਉਸ ਅਫਸਰ ਉਸ ਸਮੇਂ ਸੀਗੇ ਮੌਕੇ ਤੇ ਅੱਜ ਉਹ ਸਾਹਮਣੇ ਆਏ ਨੇ, ਉਹਨਾਂ ਰੰਗ ਹੋਗੇ ਜਾਂ ਸੈਣੀ ਜਿਹੜੇ ਡੀਆਈਜੀ ਸੀਗੇ, ਉਹਨਾਂ ਦਾ ਜਿਹੜਾ ਸਾਹਮਣੇ ਆਇਆ ਵੀ ਇਹਦੇ ਵਿੱਚ ਇਨਵੋਲਵ ਸੀ, ਜਿਹੜੀ ਸਰਸੇ ਵਾਲਿਆਂ ਨੂੰ ਮਾਫੀ ਦਿੱਤੀ ਗਈ ਬਾਦਲਾਂ ਵੱਲੋਂ ਤੇ ਬਾਅਦ ਚੋਂ ਜਦੋਂ ਸੰਗਤ ਦਾ ਰੋਸ ਹੋਇਆ ਉਹ ਵਾਪਸ ਲੈ ਲਈ, ਉਹ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਉਹ ਕਿਹਦੇ ਸ਼ਹਿਰ ਉੱਤੇ ਮਾਫੀ ਜਿਹੜੀ ਆ ਦਿੱਤੀ ਗਈ? ਇਹ ਗੱਲ ਬਹੁਤ ਸਪਸ਼ਟ ਹੋ ਗਈ ਮਤਲਬ ਉਦੋਂ ਭਾਵੇਂ ਥੋੜੀ ਜਿਹੀ ਸੀ ਲੱਗਦੀ ਆ ਲੋਕਾਂ ਵਾਸਤੇ, ਪਰ ਉਹ ਸਪਸ਼ਟ ਹੋ ਗਈ। ਥੋੜੇ ਦਿਨ ਪਹਿਲਾਂ ਅਦਾਲਤ ਦੇ ਵਿੱਚ ਜਿਹੜਾ ਸੈੱਟ ਦੇ ਮੁਖੀ ਸੀਗੇ ਉਹ ਚਲਾਨ ਵੀ ਪੇਸ਼ ਕਰਿਆ ਹੈ, ਉਹਦੇ ਵਿੱਚ ਉਹ ਸਪਸ਼ਟ ਦੱਸਦੇ ਰਹੇ ਵੀ ਇਹ ਰਾਜਸੀ ਤਾਕਤ ਲੈਣ ਲਈ ਸੱਸੇ ਵਾਲੇ ਸਾਧ ਨੂੰ ਉਹਦੀ ਫਿਲਮ ਚਲਾ ਕੇ ਉਹਦੇ ਨਾਲ ਕੋਈ ਸੈਟਲਮੈਂਟ ਸੀ, ਉਹਦੇ ਅਧੀਨ ਪੰਜਾਬ ਦੇ ਵਿੱਚ ਉਹਦੇ ਪੋਸਟ ਆਫਿਸ ਸਿਕਿਉਰਿਟੀ ਲਈ ਪੁਲਿਸ ਵੀ ਲਾਈ। ਇਹ ਸਾਰੇ ਬੇਅਦਬੀ ਦੇ ਕਾਂਡ ਦੇ ਪਿੱਛੇ ਅਸਲ ਗੱਲ ਤਾਂ ਰਾਜਸੀ ਭੁੱਖਾ ਜਿਹੜੀ ਕਿਸੇ ਵੀ ਤਰ੍ਹਾਂ ਪ੍ਰਾਪਤ ਕਰਦੀ ਇੱਛਾ ਜਿਹੜੀ ਉਹ ਸਦਾ ਸਦਾ ਇਨਸਾਨ ਦੀ ਆ। ਜਿੱਥੋਂ ਤੱਕ ਤੁਸੀਂ ਪੁਲਿਸ ਅਫਸਰਾਂ ਦਾ ਨਾਮ ਲਿਆ, ਅਧਿਕਾਰੀ ਕਿਸੇ ਵੀ ਸਰਕਾਰ ਦੇ ਉਹ ਕਾਨੂੰਨ ਦੇ ਪਾਬੰਦ ਹੁੰਦੇ, ਇਹ ਬਹੁਤ ਥੋੜੇ ਹੁੰਦੇ ਨੇ ਜਿਹੜੇ ਸੱਚ ਦਾ ਪੱਖ ਰੱਖ ਕੇ ਕਈ ਵਾਰੀ ਆਪਣੀ ਨੌਕਰੀ ਤੋਂ ਅੱਗੇ ਹੋ ਜਾਂਦੇ ਨੇ, ਉਹ ਨਹੀਂ ਮੰਨਦੇ, ਪਰ ਜ਼ਿਆਦਾਤਰ ਗੋਲੀ ਚਲਾਉਣ ਵਾਲੇ ਨਾਲੋਂ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਾ ਦੋਸ਼ੀ ਅਸੀਂ ਤਾਂ ਉਸ ਗੱਲ ਨੂੰ ਸਮਝਦੇ ਹਾਂ ਜਿਹਦੇ ਵਿੱਚ ਇਹ ਉਸ ਵੇਲੇ ਦੀ ਸਰਕਾਰ ਤੇ ਗ੍ਰਹਿ ਮੰਤਰੀ ਵਿਚੇ ਤੌਰ ਤੇ ਜ਼ਿੰਮੇਵਾਰ ਹੈ। ਜਿਹੜਾ ਸੁਖਬੀਰ ਬਾਦਲ ਤੁਸੀਂ ਗੱਲ ਕੀਤੀ ਆ, ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਇੱਕ ਪਰਿਵਾਰ ਦੇ ਅਧੀਨ ਆ, ਉਹ ਲੋਕਾਂ ਦਾ ਵੀ ਇਹ ਕਹਿਣਾ ਵਾ ਵੀ ਜਿਹੜੇ ਪ੍ਰਧਾਨ ਨੇ ਉਹ ਜੇਲ੍ਹ ਤੋਂ ਨਿਕਲਦੇ ਆ ਜਾਂ ਲਿਫਾਫੇ ਤੋਂ ਨਿਕਲਦੇ ਆ, ਤੇ ਜੇ ਤੁਸੀਂ ਉਸ ਚੀਜ਼ ਨੂੰ ਕਹਿੰਦੇ ਹੋ ਵੀ ਅੱਜ ਉਹ ਥੱਲੇ ਆ, ਪਰ ਸੁਖਬੀਰ ਬਾਦਲ ਦਾ ਕਹਿੰਦਾ ਜੀ ਸਾਡੀ ਕੋਈ ਕਰਨ ਦਾ ਜੀ ਉਹਦੇ ਵਿੱਚ ਦੇਖੋ ਇਕੱਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਸੰਬੰਧ 'ਚ ਗੱਲ ਨਹੀਂ ਹੈ। ਬਦਕਿਸਮਤੀ ਇਹ ਸਿੱਖਾਂ ਨੂੰ ਹੋ ਕੇ ਜਦੋਂ ਝੂਠ ਦਾ ਸਹਾਰਾ ਲੈਂਦੇ ਨੇ, ਜਿਹੜੀ ਕਿ ਉਮੀਦ ਨਹੀਂ ਕਰਦੀ ਸਿੱਖ ਕੌਮ ਵੀ ਆਪ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨ। ਜਗ ਜਾਣਦਾ ਵੀ ਅਜਲਾਸ ਦੇ ਵਿੱਚ ਜਦੋਂ ਚਿੱਠੀ ਆਉਂਦੀ ਅੱਜ ਦਾ ਨਾਮ ਹੁੰਦਾ ਉਹ ਕਰਦੇ ਡੈਮੋਕ੍ਰੇਸੀ ਨਹੀਂ ਹੈ ਜੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਪ੍ਰਧਾਨ ਹੁੰਦੇ, ਉਹ ਪਰਿਵਾਰਕ ਅਕਾਲੀ ਦਲ ਦਾ ਮੁਖੀ ਜਿਹੜਾ ਸੁਨੇਹਾ ਦਿੰਦਾ ਉਸ ਨੂੰ ਅਨਾਉਂਸ ਕੀਤਾ ਜਾਂਦਾ। ਉਹ ਤੁਹਾਡੇ ਕਹਿਣ ਦੇ ਮੁਤਾਬਕ ਵੀ ਜਿਹੜੇ ਪ੍ਰਧਾਨ ਨੇ ਇਸ ਪਰਿਵਾਰ ਦੀ ਜੇਲ੍ਹ 'ਚ ਨਿਕਲਦੇ ਸੀ? ਬਿਲਕੁਲ ਨਿਕਲਦੇ ਨੇ, ਕੋਈ ਸ਼ੱਕ ਨਹੀਂ, ਕਹਿਣ 'ਚ ਕੋਈ ਇਤਰਾਜ਼ ਨਹੀਂ ਹੈ। ਤੇ ਜਿਹੜੇ ਕੱਲ 6 ਜੂਨ ਸੀ ਘੱਲੂ ਘਾਰਾ ਹੋਇਆ ਸੀ, ਉਸ ਟਾਈਮ ਕਹਿੰਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਸੀ ਉਹ ਉੱਥੇ ਸੀਗੇ, ਉਹਨਾਂ ਦੀ ਸ਼ਹੀਦੀ ਮਤਲਬ ਉਹਨਾਂ ਦੀ ਹੋਈ, ਨਾਲ ਕੁਝ ਸੰਗਤ ਵੀ ਸੀਗੀ, ਉਹ ਵੀ ਉਸ ਘੱਲੂ ਘਾਰੇ ਦੇ ਵਿੱਚ ਮਿਲੀ। ਤੇ ਜਿਹੜੇ ਕੁਝ ਨਾ ਸ਼ਿਵ ਸੈਨਾ ਨੇ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਹਿੰਦੇ ਨੇ ਵੀ ਉਹ ਅੱਤਵਾਦੀ ਆ, ਤੁਸੀਂ ਕੀ ਉਹਨਾਂ ਨੂੰ ਇਹ ਦੇਖੋ, ਜਿਸ ਵੀ ਪਾਰਟੀ ਦੇ ਕੋਈ ਲੀਡਰ ਹੋਵੇ, ਕਿਸੇ ਵੀ ਕੌਮ ਦਾ ਕੋਈ ਲੀਡਰ ਹੋਵੇ, ਉਹ ਆਪਣੀ ਕੌਮ ਵਾਸਤੇ ਉਹ ਸ਼ਹੀਦ ਹੁੰਦਾ, ਵਿਰੋਧੀਆਂ ਵਾਸਤੇ ਉਹ ਵਾਤਾਵਰਨ ਵੀ ਕਹਿ ਸਕਦੇ ਨੇ, ਉਹ ਹੋਰ ਵੀ ਕਿਸੇ ਨਰਾਦਰੀ ਪਰੇ ਸ਼ਬਦ ਨਾਲ ਸੰਬੋਧਨ ਹੋ ਸਕਦੇ ਨੇ, ਪਰ ਇਹ ਤਾਂ ਜਗ ਜਾਣਦਾ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਕਹਿਣੀ ਤੇ ਕਥਨੀ ਦੇ ਉੱਤੇ ਉਸ ਵੇਲੇ ਪੰਜਾਬ ਦੇ ਵੱਡੇ ਲੋਕਾਂ ਨੇ ਯਕੀਨ ਕਰਕੇ ਉਹਨਾਂ ਦੇ ਮਗਰ ਹੋ ਗਏ ਸੀ। ਤੇ ਇਹ ਕਿਸੇ ਤੋਂ ਕੋਈ ਛੁਪੀ ਗੱਲ ਨਹੀਂ, ਤੇ ਕਿਸੇ ਦੇ ਕਹਿਣ ਨਾਲ ਕੋਈ ਸਿਵ ਸੈਨਾ ਹੋਵੇ ਜਾਂ ਕੋਈ ਹੋਰ ਹੋਵੇ, ਉਹ ਉਹਨਾਂ ਦੀ ਜਿਹੜੀ ਕਰਨੀ ਸੀ ਜਾਂ ਕਹਿਣੀ ਸੀ ਉਹਦੇ ਉੱਤੇ ਕੋਈ ਦਾਅ ਨਹੀਂ ਲੱਗ ਸਕਦਾ। ਜੇ ਉਹਨਾਂ ਨੇ ਉਹ ਮੁੱਦਿਆਂ ਦੇ ਪ੍ਰਤੀ ਸੰਘਰਸ਼ ਦੇ ਵਿੱਚ ਆਪਣੇ ਆਪ ਨੂੰ ਚੁੱਕਿਆ ਸੀ ਤਾਂ ਉਹ ਹਰ ਤਰ੍ਹਾਂ ਦੀਆਂ ਇਨਸਾਨ ਦੇ ਮਾਣ ਨੂੰ ਮੁੱਖ ਰੱਖਦੇ ਹੋਏ ਉਹ ਆਪਣੇ ਹੋਸ਼ ਇਸ਼ੂ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਕਿਸੇ ਨਾਲ ਕੋਈ ਪਤਾ ਟੇਬਲ ਕੋਈ ਸੈਟਿੰਗ ਨਹੀਂ ਕੀਤੀ, ਉਹ ਉਹਨਾਂ ਗੱਲਾਂ 'ਤੇ ਅੜੇ ਰਹੇ। ਬਲਕਿ ਮੈਂ ਤਾਂ ਇਹ ਸਮਝਦਾ ਵੀ ਇੱਕ ਵਧੀਆ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਕੌਮ ਮਿਲਿਆ ਸੀ, ਉਹ ਰਾਜਨੀਤੀ ਦੀ ਪੇੜ ਚੜਾਤਾ ਤੇ ਜਿਹਦਾ ਸਿੱਕਾ ਸਾਰੇ ਪੰਜਾਬ ਨੇ। ਜਿਹੜੀ ਆਪਣੀ ਹੁਣ ਤੱਕ ਸਾਰੀ ਗੱਲਬਾਤ ਹੋਈ ਆ ਘੱਲੂ ਘਾਰਾ ਦੇ ਉਸੂਲ ਤੇ ਗੱਲ ਇੰਨਾ ਕੁਛ ਹੋਇਆ, ਸੰਗਤ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿੱਥੇ ਬੰਦੇ ਨੇ ਨਾਅਰੇਬਾਜ਼ੀ ਵੀ ਕੀਤੀ ਉੱਤੇ,
ਪੁਲਿਸ ਪ੍ਰਸ਼ਾਸਨ ਨੇ ਰਸਤੇ ਬੰਦ ਕਰਤੇ ਸੀ। ਇਹ ਜਿਹੜਾ ਲਾਕਡਾਊਨ ਆ ਉਹ 8 ਜੂਨ ਹੀ ਘੋਸ਼ਿਤ ਕੀਤਾ ਗਿਆ। ਲੋਕਾਂ ਦਾ ਇਹ ਕਹਿਣਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ। ਇਹ ਜੇ 8 ਜੂਨ ਨੂੰ ਖੁੱਲ੍ਹਿਆ ਜਾ ਸਕਦਾ ਸੀ ਤਾਂ ਉਹ 6 ਜੂਨ ਨੂੰ ਵੀ ਖੁੱਲ੍ਹਿਆ ਜਾ ਸਕਦਾ ਸੀ। ਲੋਕਾਂ ਦੀ ਭਾਰੀ ਸੰਗਤ ਦੇ ਵਿੱਚ ਇਹ ਗੱਲ ਆਮ ਚਰਚਾ ਦੇ ਵਿੱਚ ਆ। ਇਸ ਸੰਦਰਭ ਦੇ ਵਿੱਚ ਜਾਂ ਇਸ ਰੂਪ ਦੇ ਵਿੱਚ ਜਿਹੜੀ ਸਾਰੀ ਆਪਾਂ ਗੱਲਬਾਤ ਕੀਤੀ ਉਹ ਇਸ ਸੰਬੰਧ ਦੇ ਵਿੱਚ ਕੁਝ ਹੋਰ ਕਹਿਣਾ ਚਾਹੁੰਦੇ ਹੋ ਤੁਹਾਡੇ? ਇਹ ਜਿਹੜਾ ਜੂਨ 84 ਦੇ ਸੰਬੰਧ ਦੇ ਵਿੱਚ ਸੰਸਥਾਵਾਂ ਦੇ ਸੰਬੰਧ ਦੇ ਵਿੱਚ ਜਾਂ ਸਿੱਖ ਕੌਮ ਦੇ ਸੰਬੰਧ ਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਵੀ ਸਿੱਖ ਬਹੁਤ ਜ਼ਿੰਮੇਵਾਰ ਕੌਮ ਆ। ਇਹ ਗੁਰੂ ਨਾਨਕ ਪਾਤਸ਼ਾਹ ਦੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦੇ ਸਿਧਾਂਤ ਤੇ ਚੱਲਦੀ ਹੈ, ਜਿਹਦੀ ਉਦਾਹਰਨ ਇਸ ਦੁਨੀਆ ਤੇ ਕੋਈ ਵੀ ਆਈ ਆਫਤ ਦੇ ਸਮੇਂ ਪ੍ਰੈਕਟੀਕਲੀ ਲੋਕ ਦੇਖਦੇ ਹਨ ਜੀ। ਤਾਂ ਮੈਂ ਜਾਤੀ ਤੌਰ ਤੇ ਜਿੱਥੇ ਸਿੱਖਾਂ ਦੀ ਵਚਨਬੱਧਤਾ ਦੇਸ਼ ਭਗਤੀ ਦੇ ਉੱਤੇ ਮਾਣ ਕਰਦਾ, ਨਾਲ ਦੇ ਨਾਲ ਮੈਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਵੀ ਆਪਣੀਆਂ ਜਾਤੀ ਰਾਜਸੀ ਲੋੜਾਂ ਨੂੰ ਮੁੱਖ ਰੱਖ ਕੇ ਇਹਨਾਂ ਦੇ ਸੱਚੇ ਤੇ ਸਪਸ਼ਟ ਵਿਅਕਤੀਤਾ ਨੂੰ ਪਛਾਣ ਕੇ ਜਨ ਕਲਿਆਣ ਦੇ ਵਿੱਚ ਵਰਤੋਂ ਲਿਆਉਣਾ ਚਾਹੀਦਾ ਔਰ ਦੇਸ਼ ਦੀ ਤਰੱਕੀ ਕਰਨ ਵਾਸਤੇ, ਲੋਕਾਂ ਦੀ ਤਰੱਕੀ ਬਿਹਤਰ ਕਰਨ ਵਾਸਤੇ ਇਹ ਮਿਲ ਕੇ ਚੱਲਣਾ ਚਾਹੀਦਾ। ਕੋਈ ਬਗਾਨਗੀ ਦੀ, ਕੋਈ ਅਲੱਗਾ ਦੀ ਜਿਹੜੀ ਭਾਵਨਾ ਪੈਦਾ ਹੋਈ ਆ ਸਿੱਖਾਂ ਦੇ ਵਿੱਚ, ਇਹਦਾ ਫੌਰੀ ਤੌਰ ਤੇ ਜ਼ਿੰਮੇਵਾਰ ਸੰਸਥਾਵਾਂ ਨੂੰ, ਸਰਕਾਰਾਂ ਨੂੰ ਵਿੱਚ ਬੈਠ ਕੇ ਹੱਲ ਕਰਕੇ ਦੇਸ਼ ਨੂੰ ਚੰਗੀ ਦਿਸ਼ਾ ਔਰ ਦਸ਼ਾ ਦੇਣੀ ਚਾਹੀਦੀ ਆ। ਇਹੀ ਮੈਂ ਇਸ ਸੰਦਰਭ ਦੇ ਵਿੱਚ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਸਰੋਤਿਆਂ ਨੂੰ, ਸਰਕਾਰ ਨੂੰ ਤੇ ਆਮ ਸਿੱਖਾਂ ਨੂੰ, ਸਰੀਰ ਵਿਸ਼ਵ ਨੂੰ ਇਹ ਆਸ ਕਰਦਾ ਵੀ ਆਉਂਦੇ ਚੰਗੇ ਭਵਿੱਖ ਦੀ ਲੋੜ ਸਭ ਨੂੰ ਆ। ਉਹਦੇ ਵਿੱਚ ਸਾਨੂੰ ਯੋਗ ਤੇ ਸਹੀ ਫੈਸਲੇ ਕਰਨ ਦੀ ਸਖਤ ਲੋੜ ਆ ਜਿਹਨਾਂ ਦੇ ਜੀਵਨ ਦੇ ਵਿੱਚ। ਇਹ ਨਹੀਂ ਅਗਲਾ ਕਹਿੰਦਾ ਹੋਇਆ ਮੈਂ ਮਦਾ ਜਾਤ ਕਾ ਵਾਹਿਗੁਰੂ। ਇਹ ਸਨ ਸਰਦਾਰ ਜਗਤਾਰ ਸਿੰਘ ਸਾਹਿਬ ਲਵਾਇਆ ਜੀ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਪੂਰੀ ਸੋਢੀ। ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹਨਾਂ ਨੇ ਸਾਡੇ ਸਵਾਲਾਂ ਦੇ ਜਿਹੜੇ ਨੇ ਉਹ ਜਵਾਬ ਬੜੇ ਬਾਖੂਬੀ ਢੰਗ ਨਾਲ ਦਿੱਤੇ ਨੇ। ਸੋ ਆਸ ਕਰਦੇ ਹਾਂ ਜਿਹੜਾ ਇਹਨਾਂ ਵੱਲੋਂ ਸੰਗਤ ਨੂੰ ਤੇ ਸਿੱਖ ਸਮਾਜ ਨੂੰ ਇੱਕ ਰਾਏ ਦਿੱਤੀ ਗਈ ਆ, ਇੱਕ ਮੈਸੇਜ ਦਿੱਤਾ ਗਿਆ ਕਿ ਸਾਨੂੰ ਸਾਰੀਆਂ ਪੱਖ-ਪੱਖ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ। ਤੇ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਉਹਨਾਂ ਦਾ ਕਹਿਣਾ ਕਿ ਇੱਕ ਪਰਿਵਾਰ ਦੇ ਹੱਥ ਦੇ ਵਿੱਚ ਆ, ਸਿੱਖਾਂ ਨੂੰ ਜਾਗਰੂਕ ਹੋ ਕੇ ਉਸ ਪਰਿਵਾਰ ਤੋਂ ਸ਼੍ਰੋਮਣੀ ਕਮੇਟੀ ਨੂੰ ਛੁਡਾ ਕੇ ਸਿੱਖਾਂ ਦੇ ਭਲੇ ਲਈ ਉਸ ਸੰਸਥਾ ਨੂੰ ਵਰਤਿਆ ਜਾਣਾ ਚਾਹੀਦਾ। ਕੈਮਰਾਮੈਨ ਨੀਰਜ ਕੁਮਾਰ ਦੇ ਨਾਲ ਤਰਨੋਚਨ ਸਿੰਘ ਦੀ ਰਿਪੋਰਟ, ਪ੍ਰਾਈਮ ਹੋਵੇ ਲੁਧਿਆਣਾ।